ਰੇਪਿਸਟ ਹੁੰਦੇ ਆ ਉਹਨਾਂ ਦਾ ਨਾ ਕੋਈ ਧਰਮ ਹੁੰਦਾ ਨਾ ਜਾਤ ਹੁੰਦੀ ਆ। ਸੋ ਇਹਨਾਂ ਗੱਲਾਂ ਨੂੰ ਜੋ ਉੱਥੇ ਡੇਰਾ ਗਿਆਨਨਾਥ ਰਾਮ ਤੀਰਥ ਅੰਮ੍ਰਿਤਸਰ ਹੋਇਆ ਆ ਉਹਨੂੰ ਆਪਾਂ ਧਰਮ ਦੇ ਨਾਲ ਨਾ ਜੋੜੀਏ। ਪਾਵਨ ਵਾਲਮੀਕੀ ਤੀਰਥ ਸਥਾਨ ਜਿੱਥੇ ਗੁਰੂ ਗਿਆਨਨਾਥ ਜੀ ਦਾ ਡੇਰਾ ਜਿੱਥੇ ਦੇ ਸੰਤਾਂ ਨੂੰ ਜਲੀਲ ਕੀਤਾ ਗਿਆ, ਉਹਨਾਂ ਦੇ ਝੂਠੇ ਆਰੋਪ ਲਗਾਏ ਗਏ, ਐਲੀਗੇਸ਼ਨ ਲਗਾਏ ਗਏ ਔਰ ਸੰਤ ਸਮਾਜ ਦੇ ਉੱਤੇ ਐਲੀਗੇਸ਼ਨ ਜੋ ਲਗਾਏ ਗਏ ਆ ਉਹ ਰੇਪ ਕੇਸ ਦੇ ਆ, ਜੋ ਕਿ ਝੂਠੇ ਕੇਸ ਆ। ਅਸੀਂ ਉਹ ਸਾਬਤ ਕਰਕੇ ਰਹਾਂਗੇ ਕਿ ਝੂਠਾ ਆਰੋਪ ਉਹਨਾਂ ਤੇ ਲੱਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਬਖੂਬੀ ਜਾਣਦੇ ਹੋ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਰਾਮ ਤੀਰਥ ਮੰਦਰ ਦੇ ਦੋਸ਼ੀ ਸੰਤਾਂ ਨੂੰ ਹਿਰਾਸਤ ਵਿੱਚ ਲਿੱਤਾ ਗਿਆ ਸੀ, ਜੋ ਔਰਤਾਂ ਨੂੰ ਉੱਥੇ ਜ਼ਬਰਦਸਤੀ ਰੱਖੇ ਹੋਏ ਸਨ, ਲਗਾਤਾਰ ਉਹਨਾਂ ਦਾ ਬਲਾਤਕਾਰ ਕਰ ਰਹੇ ਸਨ, ਜਿਸ ਦਾ ਵਿਰੋਧ ਐਡਵੋਕੇਟ ਹਰਸਿਮਰਨਜੀਤ ਕੌਰ ਗਿੱਲ ਨੇ ਵੀ ਡਟ ਕੇ ਕੀਤਾ, ਜਿਸ ਦੇ ਚੱਲਦਿਆਂ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆਹਤ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਹਰ ਧਰਮ ਹਰ ਵਰਗ ਦੀ ਅਸੀਂ ਦਿਲੋਂ ਇੱਜ਼ਤ ਕਰਦੇ ਹਾਂ ਤੇ ਇਸੇ ਤਰ੍ਹਾਂ ਸਿਮਰਨਜੀਤ ਕੌਰ ਗਿੱਲ ਵੀ ਹਰ ਧਰਮ ਹਰ ਵਰਗ ਦੀ ਦਿਲੋਂ ਇੱਜ਼ਤ ਕਰਦੀ ਹੈ। ਤੇ ਜੋ ਲੋਕ ਧਾਰਮਿਕ ਅਦਾਰਿਆਂ ਪਿੱਛੇ ਲੁਕ ਕੇ ਜਾਂ ਡੇਰਿਆਂ ਦੀ ਆੜ ਵਿੱਚ ਅਜਿਹੇ ਕੁਕਰਮ ਕਰਦੇ ਨੇ, ਅਜਿਹੇ ਲੋਕਾਂ ਨੂੰ ਸਜ਼ਾਵਾਂ ਦੇਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਫਿਰ ਚਾਹੇ ਗੱਲ ਦਿੱਲੀ ਦੀ ਹੋਵੇ, ਚਾਹੇ ਉਨਾਓ ਦੀ, ਸਿਰਸਾ ਦੀ, ਆਸਾਰਾਮ ਦੀ, ਰਾਮਪਾਲ ਦੀ, ਸਰਸਵਤੀ ਦੀ, ਹੈਦਰਾਬਾਦ ਜਾਂ ਫਿਰ ਗਿਆਨਨਾਥ ਡੇਰੇ ਦੀ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਨਛੱਤਰ, ਸ਼ਸ਼ੀ ਅਤੇ ਗਿਰਧਾਰੀ ਕੁਮਾਰ ਦਰਸ਼ਨ, ਇਹਨਾਂ ਦੀਆਂ ਜੋ ਘਟੀਆਂ ਹਰਕਤਾਂ ਨੇ ਤੇ ਜੋ ਇਹ ਕਰਨਾ ਚਾਹੁੰਦੇ ਸਨ, ਉਸ ਦੇ ਖੁਲਾਸੇ ਇੱਕ ਵਾਰ ਮੁੜ ਕੀਤੇ ਐਡਵੋਕੇਟ ਹਰਸਿਮਰਨਜੀਤ ਕੌਰ ਗਿੱਲ ਨੇ, ਜੋ ਨੌਜਵਾਨੀ ਵਾਸਤੇ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਕਿ ਹੱਕ ਸੱਚ ਦੀ ਆਵਾਜ਼ ਅਸੀਂ ਕਿੱਦਾਂ ਬੁਲੰਦ ਕਰਨੀ ਹੈ ਅਤੇ ਅਜਿਹੇ ਘਟੀਆ ਲੋਕਾਂ ਨੂੰ ਕਿੱਦਾਂ ਅਸੀਂ ਸਲਾਖਾਂ ਦੇ ਪਿੱਛੇ ਪਹੁੰਚਾਉਣਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਐਡਵੋਕੇਟ ਸਿਮਰਨਜੀਤ ਕੌਰ ਤੇ ਜਿਵੇਂ ਕਿ ਮੈਂ ਕਿਹਾ ਸੀਗਾ ਕਿ ਮੈਂ 3:30 ਜਾਂ 4 ਜਾਂ 4:30 ਦੇ ਲਗਭਗ ਲਾਈਵ ਆਵਾਂਗੀ ਔਰ ਉਸ ਹਿਸਾਬ ਨਾਲ ਜਦੋਂ ਜਿਵੇਂ ਮੇਰਾ ਕੰਮ ਖਤਮ ਹੋਊਗਾ। ਸੋ ਮੈਂ ਅੱਜ 4-5 ਪੁਆਇੰਟ ਡਿਸਕਸ ਕਰਾਂਗੀ। ਪਹਿਲਾ ਜਿਹੜਾ ਹੈਗਾ ਆ ਕਿ ਮੇਰੀ ਸਾਰੇ ਲੋਕਾਂ ਨੂੰ ਵੀ ਬੇਨਤੀ ਆ ਕਿ ਇਹ ਜੋ ਮੁੱਦਾ ਹੈ ਇਹਨੂੰ ਵਾਲਮੀਕ ਸਮਾਜ ਨਾਲ ਨਾ ਜੋੜਿਆ ਜਾਵੇ। ਇਹ ਅਖੌਤੀ ਡੇਰਾਵਾਦੀ ਜਿਹੜੇ ਲੋਕ ਆ ਉਹਨਾਂ ਦੇ ਨਾਲ ਆ। ਜਿਵੇਂ ਸਾਡੇ ਲਈ ਦਰਬਾਰ ਸਾਹਿਬ ਆ, ਉਵੇਂ ਹੀ ਵਾਲਮੀਕ ਭਾਈਚਾਰੇ ਦੇ ਲਈ ਸ਼੍ਰੀ ਰਾਮ ਤੀਰਥ ਮੰਦਰ ਆ। ਠੀਕ, ਸੋ ਇਹੋ ਜਿਹੀਆਂ ਲੋਕਾਂ ਨੇ ਜਿਹੜੇ ਇਹ ਫੜੇ ਗਏ ਆ, ਇਹੋ ਜਿਹੇ ਲੋਕਾਂ ਨੇ ਉਸ ਧਾਰਮਿਕ ਸਥਾਨ ਦੇ ਨਾਲ ਲੱਗਦੇ ਜੋ ਡੇਰਾ ਆ ਉਹ ਉੱਥੇ ਮਤਲਬ ਗਲਤ ਕੰਮ ਕੀਤਾ। ਇਸ ਦੇ ਵਿੱਚ ਆਪਾਂ ਕਿਸੇ ਵੀ ਧਰਮ ਨੂੰ ਜਾਂ ਉਸ ਨੂੰ ਉਹ ਨਹੀਂ ਕਹਿ ਸਕਦੇ, ਕਿਉਂਕਿ ਧਾਰਮਿਕ ਸਥਾਨ ਸਾਰੇ ਪਵਿੱਤਰ ਹੁੰਦੇ ਆ, ਪਵਿੱਤਰ ਰਹਿਣਗੇ ਹਮੇਸ਼ਾ। ਪਰ ਇਹੋ ਜਿਹੇ ਲੋਕ ਜੋ ਧਾਰਮਿਕ ਸਥਾਨ ਤੇ ਗਲਤ ਕੰਮ ਕਰਦੇ ਆ, ਇਹ ਨਿੰਦਾ ਦੇ ਪਾਤਰ ਨੇ। ਠੀਕ ਆ, ਇਹ ਉਦੋਂ ਵੀ ਵੱਡੇ ਗੁਨਾਹਗਾਰ ਹੁੰਦੇ ਆ ਜਿਨ੍ਹਾਂ ਨੂੰ ਸਜ਼ਾ ਮਿਲਣੀ ਜ਼ਰੂਰੀ ਆ। ਸੋ ਪਹਿਲਾਂ ਮੈਂ ਆਪਣੇ ਸਾਰੇ ਸਰੋਤੇ ਜਿੰਨੇ ਲੋਕ ਵੀ ਮੈਨੂੰ ਸੁਣਦੇ ਆ, ਸਮੂਹ ਪੰਜਾਬੀ ਕਿਤੇ ਵੀ ਬੈਠੇ ਨੇ ਜਾਂ ਕੋਈ ਵੀ, ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੀ ਆ ਕਿ ਜਿਹੜੇ ਰੇਪਿਸਟ ਹੁੰਦੇ ਆ ਉਹਨਾਂ ਦਾ ਨਾ ਕੋਈ ਧਰਮ ਹੁੰਦਾ ਨਾ ਜਾਤ ਹੁੰਦੀ ਆ। ਸੋ ਇਹਨਾਂ ਗੱਲਾਂ ਨੂੰ ਜੋ ਉੱਥੇ ਡੇਰਾ ਗਿਆਨਨਾਥ ਰਾਮ ਤੀਰਥ ਅੰਮ੍ਰਿਤਸਰ ਹੋਇਆ ਆ ਉਹਨੂੰ ਆਪਾਂ ਧਰਮ ਦੇ ਨਾਲ ਨਾ ਜੋੜੀਏ, ਪਹਿਲੀ ਗੱਲ। ਦੂਜੀ ਗੱਲ, ਉਹ ਧਾਰਮਿਕ ਖੱਲ ਪਾਈ ਹੋਏ ਅਖੌਤੀ ਸਾਧ ਨੇ। ਠੀਕ ਹੈ, ਉਹਨਾਂ ਦੇ ਖਿਲਾਫ ਆਪਾਂ ਲੜਦੇ ਰਵਾਂਗੇ। ਹੁਣ ਗੱਲ ਇਹ ਆਉਂਦੀ ਆ ਕਿ ਕਈ ਲੋਕਾਂ ਨੇ ਪੁੱਛਿਆ ਕਿ ਇਹ ਮੁੱਦਾ ਕਿਉਂ ਚੱਕਿਆ। ਹੁਣ ਮੈਂ ਲੋਕਾਂ ਨੂੰ ਇਹ ਚੀਜ਼ ਦੱਸ ਦੇਣਾ ਚਾਹੁੰਦੀ ਆ ਕਿ ਮੈਂ ਚਾਈਲਡ ਅਬਿਊਜ਼ ਤੇ ਕੰਮ ਕਰਦੀ ਆ, ਮੈਂ ਰੇਪ ਵਿਕਟਮਸ ਨੂੰ ਸਪੋਰਟ ਕਰਦੀ ਆ। ਕਿਤੇ ਵੀ ਕਦੇ ਵੀ ਰੇਪ ਦੀ ਕੋਈ ਇਨਸੀਡੈਂਟ ਹੁੰਦਾ ਆ ਜਿਹੜਾ ਇਹੋ ਜਿਹਾ ਹੁੰਦਾ ਤੇ ਮੈਂ ਹਮੇਸ਼ਾ ਹੀ ਉਹ ਮੁੱਦਾ ਚੱਕਦੀ ਆ। ਕੋਈ ਨਵਾਂ ਮੁੱਦਾ ਤਾਂ ਹੈ ਨਹੀਂ ਜਿਹੜਾ ਮੈਂ ਚੱਕਿਆ ਆ, ਤੁਸੀਂ ਵੀ ਸਾਰੇ ਜਣੇ ਜਾਣਦੇ ਹੋ। ਚਾਹੇ ਕਠੂਆ ਦੇ ਵਿੱਚ ਹੋਇਆ ਹੋਵੇ, ਚਾਹੇ ਕਿਤੇ ਪੰਜਾਬ ਦੇ ਵਿੱਚ ਹੋਵੇ, ਜਾਂ ਕਿਤੇ ਹਰਿਆਣੇ ਦੇ ਵਿੱਚ ਹੋਵੇ, ਜਾਂ ਫਿਰ ਉਨਾਓ ਦੇ ਵਿੱਚ ਹੋਇਆ ਹੋਵੇ, ਠੀਕ ਆ, ਜਾਂ ਫਿਰ ਦਿੱਲੀ ਦੇ ਵਿੱਚ ਨਿਰਭਇਆ ਹੋਇਆ ਹੋਵੇ, ਜਾਂ ਫਿਰ ਆਪਣਾ ਕੀ ਬੋਲਦੇ ਆ ਹੈਦਰਾਬਾਦ ਦੇ ਵਿੱਚ ਹੋਇਆ ਹੋਵੇ। ਮੈਂ ਹਰ ਉਸ ਮੁੱਦੇ ਜਿੱਥੇ ਵੀ ਬਲਾਤਕਾਰ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਮੈਂ ਉਹਨਾਂ ਦੇ ਖਿਲਾਫ ਬੋਲਦੀ ਹਾਂ ਤੇ ਲੜਦੀ ਹਾਂ ਤੇ ਮੈਂ ਬੋਲਦੀ ਰਹਾਂਗੀ। ਤੇ ਫਿਰ ਜੇ ਇਹੋ ਜਿਹਾ ਇਸ਼ੂ ਜਾਂ ਇਹ ਕੋਈ ਚੀਜ਼ ਕਿਸੇ ਡੇਰੇ ਦੇ ਵਿੱਚ ਆਏ, ਸਿਰਸੇ ਵਾਲੇ ਨੇ ਕੀਤਾ ਹੋਵੇ ਜਾਂ ਕਿਸੇ ਨੇ ਵੀ ਕੀਤਾ ਆ, ਆਪਾਂ ਹਮੇਸ਼ਾ, ਮੈਂ ਹਮੇਸ਼ਾ, ਮੇਰੀ ਟੀਮ ਹਮੇਸ਼ਾ ਇਸ ਮੁੱਦੇ ਨੂੰ ਚੱਕਦੀ ਆਈ ਹੈ। ਤੇ ਕੋਈ ਇਹ ਗੱਲ ਨਹੀਂ ਬੋਲ ਸਕਦਾ ਕਿ ਇਹਨੇ ਕੋਈ ਦੁਸ਼ਮਣੀ ਕੱਢਣੀ ਜਾਂ ਐਂਡ ਆਲ ਜੋ ਵੀ ਸਾਰਾ ਕੁਛ ਆ।
ਹੁਣ ਰਹੀ ਗੱਲ, ਹੁਣ मैं दुश्मनी वाले पासे जिहड़ी लोकां दीयां ओह गल्लां ने उन्हां चीज़ां नूं मैं पॉइंट आउट करना चाहूँगी कि किहड़ियां-किहड़ियां गल्लां मैं जिवें कि तुहानूं दस्सिया सीगा। मैं कल एक वीडियो शेयर कीती आ जिहड़ी मैं दस्सिया सी मेरे भरोसेयोग जिहड़े हैगे आ सूत्र उन्हां तों मिलियां। हुण मैं दसदी हां जी ओह सूत्र कौन ने, क्योंकि मैं बाई जी तो परमिशन लैके ही ये चीज़ां डिस्कलोज कर सकती सीगी। ओह मनजीत सिंह ने PSO रहे ने, ओह इस जिहड़ा नछत्तर सिंह आ इहदी वाइफ दे, नछत्तर नाथ आ जिहड़ा इहदी वाइफ दे, ते उन्होंने सारा जो इंसीडेंट जदों मेरी अरैसट वाला जां मेरे ते परचे वाला वो सारा कुछ होया सी वो इन्हां दे सामने ही होया सीगा। ते वीरे ने सारा कुछ अपने बाई जी ने सारा कुछ अपने अखीं देखिया ते कन्नी सुनिया आ। वो इस चीज़ के जिउंदे जागदे सबूत ने, क्योंकि अज जिहड़ी वीडियो है भी वीरे हुणां ने रिकॉर्ड कीती सीगी ते उन्हें, क्योंकि जदों ये लेडी ने जिहड़ी वीडियो जिहड़ी पोस्ट कीती है ना जिथे बोलदी आ कि इहदी गुत्त वड्ड दो जां फिर इहदा गला कट के राम तीरथ मंदिर चढ़ाउण दी गल करदी आ, पहला मैं उस लेडी नूं जवाब देना चाहांगी। ते गल ये आ कि भगवान, हुण आपां गल करदे आ भगवान महर्षि वाल्मीकि जिन्हां ने माता सीता वर्गी नूं जदों उन्हां दे हसबैंड ने घरों कढ़ता जां जो कुछ भी होया, मैनूं बहुती हिस्टरी नहीं पता, उस औरत नूं जिन्हां ने आसरा दिता होवे, जो इतिहास कहंदा है कि जिन्हां ने आसरा दिता होवे ओह कदे किसे औरत दे बारे इहो जिहियां चीज़ां दे मतलब अलाउ करनगे, पहली गल, ठीक है ना। सो ये लोग धर्म दा नजायज़ धर्म दे खल पा के भेड़िए ने जो गलत काम करते हैं। सो ये सिर्फ इस धर्म दे, हरेक धर्म दे विच इहो जिहे लोग तुहानूं मिलणगे, हर एक धर्म दे विच, चाहे जे डेरेबाज की गल कीती जावे तो चाहे फिर यह सच्चे सौदे की गल होवे, ठीक है, जां फिर अपने कोल बहुत सारी एग्जाम्पल्स ने। हुणी थोड़ी देर पहला जनवरी जदों मैं आई वॉज इन जेल, उदों पंचकुला दे विच लक्ष्मनंद सरस्वती नाम का एक ढोंगी बाबा सीगा जिहड़ा 2 नाबालग बच्चियां दे नाल बलात्कार कीता जिन्हें ते फड़िया गया सीगा। पंचकुला दी कहानियां, फिर अपने कोल अपना रामपाल दी कहानियां, आसा किया, आसा तो नाम की सी, आसानाथ जिहड़ा भी मतलब एक बाबे का नाम भी लिखा हुआ सी, मैनूं इहदे नाम नहीं याद रहिंदे इन्हां लोकां दे। आसाराम, यस आसाराम दी कहानी अपने कोल आ, ठीक है। ते ये जिथे भी मैं हुण भी बोलदी हां, मेरे कोल इन्हां दी नहीं, मेरे कोल होर बहुत सारियां कंप्लेंट्स हैगियां ने ते जिन्हां दे उत्ते जदों पुख्ता सबूत मिलणगे कार्रवाइयां कीतियां जाणगियां, ठीक है जी। सो एक खुशखबरी है कि नछत्तर नाथ भी अज एयरपोर्ट तो फड़िया गया है, जो हजे 100% सच्ची है कि नहीं मैनूं नहीं पता है, क्योंकि ये बाकी न्यूज़ तक कितनी आई नहीं, अंदरों पता लग्या मेरी आई है, उत्थे दे पुलिस ऑफिशियल्स नाल भी नहीं हले गल हुई हैगी। सो तीजा अपराधी भी उस जिहड़ा हैगा वो फड़िया गया। हुण तीजी गल आ कि कई लोगों ने कहा कि ये की मतलब किद्दां आ। हुण देखो जिहड़ा ये डेरे वाला, हुण मैं ये चीज़ भी सामने सांझी करना चाहूँगी, क्योंकि मैनूं है कि हर एक चीज़ बारे मैं क्लीयर करा। अज मैनू फोन आया एक कोई उत्थे इन्हां दे ना ग्रुप बने हुए ने, कोई धूणा साहब धूणा समथिंग कुछ है उत्थे, ठीक, उत्थे दे किसी बंदे दा फोन आया, वो मैनू कहंदा कि एक मेघनाथ नाम दा बंदा जी जिहड़ा तुहाडे खिलाफ धरने दे विच सब तो अगे सी, ਉਹਦੇ ਤੇ भी कार्रवाई कराओ। मैं कहा जी वीरे किवें भी ਉਹ भी इस चीज़ 'ਚ इनवॉल्व आ? ਉਹ ਕਹਿੰਦੇ नहीं इनवॉल्व नहीं गा, ਉਹਨੂੰ इनवॉल्व करो। तो मैं उन्होंने साफ ਇੱਥੋਂ भी मैं सारिਆਂ ਨੂੰ साफ कह देना चाਹੁੰਦੀ ਹਾਂ कि ਜੇ मैं ਇਹਨਾਂ ਲੋਕਾਂ ਦੇ ਵਿਰੁੱਧ ਖੜੀ ਹਾਂ, ਇਹਦਾ ਮਤਲਬ ਇਹ ਨਹੀਂ कि ਕਿਸੇ ਦਾ ਵੀ ਨਾਮ ਲਿਆ ਕੇ ਤੁਸੀਂ ਕਹਿ ਦੋਗੇ ਜੀ ਹਾਂਜੀ ਇਹ ਤੇਰੇ ਵਿਰੁੱਧ ਸੀਗਾ, ਇਹਦੇ ਖਿਲਾਫ ਵੀ ਪਰਚਾ ਕਰਾ ਦੇ ਜਾਂ ਇਹ ਕਰਾ ਦੇ। मैं ਇਹੋ ਜਿਹੀਆਂ ਚੀਜ਼ਾਂ ਕੋਈ ਵੀ नहीं करांगी। मेरे लिए जो मुजरिम आ मुजरिम आ, जो बेकसूर आ बेकसूर आ, ते मुजरिम भावें मेरा अपना सका भाई होवे, मैं ਉਹਦੇ भी विरुद्ध खड़ी हाँ, ठीक है जी। सो जे गलत आ वो गलत आ, जिहड़ा सही आ। ते जे हुण जिहड़े आपां कह रहे हां कि उन्होंने जिवें मैनूं कहा कि वो मेघनाथ दे उत्ते भी परचा कराओ, तां भी उहनूं भी इस केस 'च इनवॉल्व करो। जिहड़े इनवॉल्व है नहीं उन्होंने क्यों कीता जावे? सो जिहड़े कसूरवार ने उन्हां दे खिलाफ कार्रवाई की जाए। हुण मैं थोड़ी जी ना अपने केस के बारे चानना पाउणा चाहुंदी हां, जो मैनूं मनजीत भाजी ने दस्सिया, क्योंकि मैं कहा सी नवें तत्थां दे नाल सामने आवांगी। मनजीत भाजी ने दस्सिया कि जदों इन्हां ने मेरे ते परचा कराया तो इन्हां ने कहा कि जिहड़ी सिमरनजीत कौर आ ना, ਇਹਦੇ ਨਾਲ NRI बहुत जुड़े हुए ने, भी ये कुड़ी नूं ना NRI है जिहड़े बहुत प्यार करते हैं, तो आपां इहदे परचा करा के ਇਹਦੇ ਨਾਲ ਕਰੋੜ रुपए च कॉम्प्रोमाइज़ करांगे, ठीक है।
ਜਦੋਂ ਮੈਂ ਅਰੈਸਟ ਹੋ ਗਈ ਫਿਰ ਕਹਿੰਦੇ ਕਿ ਦੇਖੋ ਇਹਦਾ ਪਰਚਾ ਖਾਰਜ ਨਹੀਂ ਹੋਇਆ ਤੇ ਹੁਣ ਇਹਨੇ ਅਰੈਸਟ ਦੇਤੀ ਆ। ਇਹ ਇੱਕ ਇਹਨਾਂ ਦੇ ਵਿੱਚ ਕੁਮਾਰ ਦਰਸ਼ਨ ਹੋ ਗਿਆ, ਇੱਕ ਨਛੱਤਰਨਾਥ ਹੋ ਗਿਆ, ਇੱਕ ਜਿਹੜਾ ਮੇਰਾ ਕੰਪਲੇਨੈਂਟ ਹੈ ਸ਼ਸ਼ੀ ਗਿੱਲ ਹੋ ਗਿਆ। ਇਹ ਸਾਰੇ ਜਣੇ ਚਾਹ ਪੀ ਰਹੇ ਸੀਗੇ ਉਸ ਸਮੇਂ। PSO ਮਨਜੀਤ ਸਿੰਘ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਆ ਤੇ ਉਹ ਉੱਥੇ ਸੀਗੇ। ਉਹਨਾਂ ਨੇ ਦੱਸਿਆ ਕਿ ਜਦੋਂ ਅਰੈਸਟ ਹੋ ਗਈ ਕਹਿੰਦੇ ਨਹੀਂ ਵੀ ਕਰੋੜ ਦੀ ਨਹੀਂ 2 ਕਰੋੜ ਰੁਪਇਆ 2.5 ਕਰੋੜ ਰੁਪਇਆ ਲਵਾਂਗੇ ਕਿਉਂਕਿ ਇਹਦੇ ਨਾਲ ਕੰਪਰੋਮਾਈਜ਼ ਕਰਨ ਦਾ, ਕਿਉਂਕਿ ਇਹਦੇ ਨਾਲ ਬਹੁਤ ਸਾਰੇ NRI ਜੁੜੇ ਹੋਏ ਨੇ ਵੀ NRIਆਂ ਨੇ ਇਹਦੇ ਲਈ ਪੈਸੇ ਦੇ ਦੇਣੇ ਆ ਹਨਾ। ਤੇ ਇਹਦੀ ਜਿਹੜੀ ਫੈਮਿਲੀ ਆ ਉਹ NRI ਆ, ਮੋਟੀ ਸਾਮੀ। ਵਾਓ ਗ੍ਰੇਟ। ਫਿਰ ਜਦੋਂ ਮੇਰੀ ਅੰਮ੍ਰਿਤਸਰ ਤੋਂ ਜ਼ਮਾਨਤ ਆ ਜਿਹੜੀ ਉਹ ਖਾਰਜ ਹੁੰਦੀ ਆ, ਪਹਿਲੀ ਗੱਲ ਹੈ ਜੀ ਡਿਸਟ੍ਰਿਕਟ ਕੋਰਟ ਤੋਂ ਜ਼ਮਾਨਤ ਖਾਰਜ ਹੋਣੀ ਸੀ ਕਿਉਂਕਿ ਡਿਸਟ੍ਰਿਕਟ ਕੋਰਟ ਦੇ ਵਿੱਚ ਜਿਹੜੀ ਜ਼ਮਾਨਤ ਆ ਉਹ ਮੇਨਟੇਨੇਬਲ ਨਹੀਂ ਹੁੰਦੀ। ਜ਼ਮਾਨਤ ਆ ਜਿਹੜੀ ਹਾਈ ਕੋਰਟ ਤੋਂ ਹੀ ਹੋਣੀ ਸੀਗੀ। ਫਿਰ ਉਹ ਕੀ ਕਹਿੰਦੇ ਆ ਕਿ ਜਦੋਂ ਮੇਰੀ ਉਹ ਜ਼ਮਾਨਤ ਖਾਰਜ ਹੁੰਦੀ ਆ ਤਾਂ ਉਸ ਸਮੇਂ ਇਹਨਾਂ ਦੇ ਵਿੱਚ ਜਿਹੜਾ ਪਹਿਲਾ ਦੋਸ਼ੀ ਗਿਰਧਾਰੀ ਨਾਥ ਤੇ ਨਛੱਤਰਨਾਥ ਇਹ ਗੱਡੀ ਦੇ ਵਿੱਚ ਸੀਗੇ। ਇਹਨਾਂ ਨੂੰ PSO ਨਾਲ ਲੈ ਕੇ ਆ ਰਹੇ ਸੀ। ਸੂਰਜਨਾਥ ਗੱਡੀ ਚਲਾ ਰਿਹਾ ਸੀਗਾ, ਠੀਕ ਜੀ। ਉਦੋਂ ਕੀ ਹੋਇਆ, ਸਾਦਕ ਤੋਂ ਇਹ ਤੁਰੇ ਹੋਏ ਸੀ ਅੰਮ੍ਰਿਤਸਰ ਦੇ ਨਹੀਂ ਫਿਰੋਜ਼ਪੁਰ ਦੇ ਕੋਲ ਸਾਦਕ ਤੋਂ। ਤੇ ਇਹਨਾਂ ਨੇ ਸਾਦਕ ਕੋਲ ਜਦੋਂ ਇਹਨਾਂ ਨੂੰ ਪਤਾ ਲੱਗਿਆ, ਇੱਕ ਤਾਂ ਇਹਨਾਂ ਨੇ ਭੰਗੜਾ ਪਾਇਆ, ਠੀਕ, ਭੰਗੜਾ ਪਾ ਕੇ ਫਿਰ ਉਦੋਂ ਬਾਅਦ ਕਹਿੰਦੇ ਹੁਣ ਤੱਕ ਇਸ 3 ਕਰੋੜ ਦਾ ਬਣ ਗਿਆ, 3.5 ਕਰੋੜ ਦਾ। ਮਤਲਬ ਬੇਵਕੂਫ ਲੋਕ ਨੇ। ਜੇ ਮੈਂ ਪੈਸੇ ਦੇ ਕੇ ਕੰਪਰੋਮਾਈਜ਼ ਕਰਨਾ ਹੁੰਦਾ ਨਾ ਮੈਂ ਬਹੁਤ ਦੇਰ ਪਹਿਲਾਂ ਕਰ ਲੈਂਦੀ। ਔਰ ਸਿਮਰਨਜੀਤ ਕੌਰ ਨਾਮ ਹੈ ਮੇਰਾ ਭਾਜੀ, ਕਿਉਂਕਿ ਇਹਨਾਂ ਨੇ ਮੇਰੀ ਵੀਡੀਓ ਤਾਂ ਸੁਣਨੀ ਆ, ਮੇਰੀ ਵੀਡੀਓ ਸੁਣ ਲਿਓ। ਮੈਂ ਰੁਪਈਆ ਨਹੀਂ ਦਿੰਦੀ ਕੰਪਰੋਮਾਈਜ਼ ਕਰਨ ਦਾ। ਮੈਂ ਕੇਸ ਫਾਈਟ ਕਰੂੰਗੀ, ਕੇਸ ਜਿੱਤੂੰਗੀ, ਜਿੱਤ ਕੇ ਤੁਹਾਡੇ ਖਿਲਾਫ ਕਾਰਵਾਈ ਕਰਾਉਂਗੀ ਕਿਉਂਕਿ ਤੁਸੀਂ ਉਸ ਲਾਅ ਦਾ ਮਿਸਯੂਜ਼ ਕੀਤਾ। 295A ਜਾਂ ਕੋਈ ਵੀ ਧਾਰਾ ਉਦੋਂ ਲੱਗਦੀ ਆ ਜਦੋਂ ਮੈਲਾਫਾਈਡ ਇੰਟੈਂਸ਼ਨ ਹੋਵੇ ਤੇ ਮੇਰੀ ਕੋਈ ਮੈਲਾਫਾਈਡ ਇੰਟੈਂਸ਼ਨ ਨਹੀਂ ਸੀਗੀ। ਦੂਜੀ ਗੱਲ, ਆਪਣਾ ਮਹਿੰਦਰ ਸਿੰਘ ਧੋਨੀ ਵਰਸਸ ਸਟੇਟ ਦੇ ਵਿੱਚ ਇਹ ਜੱਜਮੈਂਟ ਆ ਸੁਪਰੀਮ ਕੋਰਟ ਦੀ ਕਿ ਜੇ ਕੇਅਰਲੈਸਲੀ ਕੁਝ ਬੋਲਿਆ ਜਾਵੇ, ਸਮਝੇ, ਜੇ ਕੇਅਰਲੈਸਲੀ ਕੁਝ ਬੋਲਿਆ ਜਾਵੇ ਤੇ ਨਾਲ ਦੀ ਨਾਲ ਆਪਾਂ ਮਾਫੀ ਜਿਹੜੀ ਹੈਗੀ ਉਹ ਮੰਗ ਲਈਏ ਤਾਂ ਕ੍ਰਾਈਮ ਬਣਦਾ ਹੀ ਨਹੀਂਗਾ, ਠੀਕ। ਤੇ ਮੈਂ ਤਾਂ ਬਾਰ-ਬਾਰ ਮਾਫੀ ਮੰਗੀ ਸੀਗੀ ਔਰ ਮੈਂ ਕਿਹਾ ਵੀ ਮੈਂ ਕੋਈ ਜੁਰਮ ਨਹੀਂ ਕੀਤਾ ਹੈਗਾ, ਪਰ ਫਿਰ ਵੀ ਜੇ ਮੇਰੇ ਕਰਕੇ ਭਾਵਨਾ ਭੜਕੀ ਮੈਂ ਮਾਫੀ ਮੰਗੀ, ਠੀਕ। ਤਾਂ ਉਸ ਸਮੇਂ ਮੈਂ ਜਿਹੜੀ ਦੱਸੀ ਹੈ, ਜਦੋਂ ਇਹ ਸਾਦਕ ਤੋਂ ਤੁਰੇ ਤੇ ਇਹਨਾਂ ਨੇ ਸਾਦਕ ਤੋਂ ਇਹਨਾਂ ਨੇ ਕਿਹਾ ਕਿ ਜਿਹੜਾ ਡਾਕਟਰ ਆ ਵੀ ਡਾਕਟਰ ਨੂੰ ਆਪਾਂ ਡਾਕਟਰ ਲੁਧਿਆਣੇ ਦਾ, ਤਾਂ ਹੀ ਮੈਨੂੰ ਡਾਕਟਰ ਤੇ ਉਹ ਕਹਿ ਰਹੇ ਸੀਗੇ ਕਿ ਟੇਬਲ ਟਾਕ ਕਰਦੇ ਆ। ਈਵਨ ਸਾਡੇ ਹੈਗੇ ਆ ਫਿਰੋਜ਼ਪੁਰ ਤੋਂ ਟੀਮ ਮੈਂਬਰ ਨੇ, ਵੀਰ ਜੀ ਪੁਲਿਸ ਦੇ ਵਿੱਚ ਨੇ, ਉਹਨਾਂ ਦੇ ਕੋਲ ਇਹਦੀ ਕਾਲ ਰਿਕਾਰਡਿੰਗ ਵੀ ਪਈ, ਉਹਨਾਂ ਦੀ ਇਹਦੇ ਨਾਲ ਡਾਕਟਰ ਦੇ ਨਾਲ ਗੱਲ ਹੋਈ ਤਾਂ ਡਾਕਟਰ ਕਹਿੰਦਾ ਜੀ ਸਾਨੂੰ ਪਤਾ ਭੈਣ ਜੀ ਹੁਣੇ ਬਹੁਤ ਵਧੀਆ ਕੰਮ ਕਰਦੇ ਆ, ਅਸੀਂ ਤਾਂ ਆਪ ਉਹਨਾਂ ਨੂੰ ਆਪ ਉੱਥੇ ਲੈ ਕੇ ਚੱਲਦੇ ਆ। ਜਦੋਂ ਮੈਂ ਜੇਲ੍ਹ ਤੋਂ ਆ ਗਈ ਕਿ ਰਾਮ ਆਪਣਾ ਜਿਹੜਾ ਮੰਦਿਰ ਆ ਅੰਮ੍ਰਿਤਸਰ ਦਾ, ਆਪਾਂ ਅੰਮ੍ਰਿਤਸਰ ਮੰਦਿਰ ਲੈ ਕੇ ਚੱਲਦੇ ਆ ਭੈਣ ਜੀ ਨੂੰ ਤੇ ਆਪਾਂ ਟੇਬਲ ਟਾਕ ਕਰਦੇ ਆ, ਕੋਈ ਗੱਲ ਨਹੀਂ ਅਸੀਂ ਕੰਪਰੋਮਾਈਜ਼ ਕਰਾ ਦਾਂਗੇ। ਬਾਈ ਜੀ ਜਦ ਮੈਂ ਵਕੀਲ ਆ, ਮੈਂ ਜੇਲ੍ਹ ਜਾ ਸਕਦੀ ਆ, 55 ਦਿਨ ਕੱਟ ਸਕਦੀ ਆ, ਕਿ ਮੈਂ ਕੇਸ ਨਹੀਂ ਫਾਈਟ ਕਰ ਸਕਦੀ? ਮੈਂ ਕੇਸ ਜਿੱਤੂੰਗੀ, ਗਰੰਟਡ ਜਿੱਤੂੰਗੀ। ਕਿਉਂ? ਕਿਉਂਕਿ ਮੈਂ ਕੋਈ ਕ੍ਰਾਈਮ ਨਹੀਂ ਕੀਤਾ, ਠੀਕ। ਤੇ ਮੇਰੇ ਕੋਲੇ ਸਾਰੇ ਸਬੂਤ ਪਏ ਨੇ, ਇਹਨਾਂ ਦੇ ਕਮੈਂਟਸ ਵੀ ਪਏ ਨੇ, ਇਹਨਾਂ ਦੇ ਸਬੂਤ ਵੀ ਪਏ ਨੇ, ਇਹਨਾਂ ਦੇ ਖਿਲਾਫ ਕੰਪਲੇਂਟਸ ਵੀ ਪਈਆਂ ਨੇ ਜਿਨ੍ਹਾਂ ਦੇ ਵਿੱਚ ਇਹ ਕਲੀਅਰਲੀ ਬੋਲਦੇ ਨੇ ਕਿ ਆ ਜਾਓ ਟੇਬਲ ਟਾਕ ਲਈ। ਟੇਬਲ ਟਾਕ ਕਿਸ ਚੀਜ਼ ਲਈ ਆ? ਪੈਸੇ ਲਈ, ਠੀਕ। ਐਵੇਂ ਇੱਕ ਕਪੂਰਥਲੇ ਵਾਲਿਆਂ ਨੇ ਕੀਤਾ, ਜਿਹੜੇ ਕਪੂਰਥਲੇ ਵਾਲੇ ਆ ਜਿਨ੍ਹਾਂ ਨੇ ਕੀਤੀ ਆ ਉਹਨਾਂ ਦੀ ਵੀ ਸੁਣ ਲਓ। ਹੁਣ ਉਹਨਾਂ ਦਾ ਕੀ ਸੀਗਾ, ਇੱਕ ਲੇਡੀ ਸੀਗੀ ਬਜ਼ੁਰਗ, ਮੈਨੂੰ ਉੱਥੇ ਪੁਲਿਸ ਤੋਂ ਹੀ ਪਤਾ ਲੱਗਿਆ, ਇੱਕ ਬਜ਼ੁਰਗ ਲੇਡੀ ਸੀਗੀ, ਉਹਦਾ ਕਿਤੇ ਐਕਸੀਡੈਂਟ ਹੋ ਗਿਆ ਕਿਸੇ ਨਾਲ ਤੇ ਉਹ ਜਿਹੜਾ ਮੇਰਾ ਕੰਪਲੇਨੈਂਟ ਆ ਅਮਨਦੀਪ ਸਿੰਘ ਸਹੋਤਾ, ਉਹਨੇ ਬੀਬੀ ਤੋਂ 10,000 ਦੂਜੀ ਪਾਰਟੀ ਤੋਂ 10,000 ਰੁਪਇਆ ਖਾ ਲਿਆ ਪਰ ਬੀਬੀ ਨੂੰ ਨਹੀਂ ਦਿੱਤਾ। ਸੋ ਇਹ ਬੰਦੇ ਤਾਂ 20,000 ਦੀ ਮਾਰ ਸੀਗੇ, ਜੇ ਮੈਂ ਪੈਸੇ ਦੇਣੇ ਹੁੰਦੇ ਉਹਨਾਂ ਨੂੰ ਹੀ ਦੇ ਲੈਂਦੀ। ਮੈਂ ਰੁਪਈਏ ਦਾ ਕੰਪਰੋਮਾਈਜ਼ ਨਹੀਂ ਕਰਦੀ। ਮੈਂ ਸੋਸ਼ਲ ਵਰਕ ਦੇ ਉੱਤੇ ਭਾਵੇਂ ਆਪਣਾ ਕਹਿੰਦੇ ਆ ਕਿ ਚੰਮ ਲਾਦਾ, ਲਹੂ ਲਾਦਾ ਚੰਗੇ ਕੰਮਾਂ ਦੇ ਲਈ, ਪਰ ਇਹੋ ਜਿਹੇ ਲੋਕਾਂ ਨੂੰ ਮੈਂ ਰੁਪਈਆ ਨਹੀਂ ਦੇ ਸਕਦੀ ਤੇ ਨਾ ਮੈਂ ਦਵਾਂ ਅੱਜ ਤੇ ਨਾ ਦਵਾਂ ਮੈਂ ਕੱਲ। ਤੇ ਜਿਹੜੇ ਭੁਲੇਖੇ ਪਾਲੀ ਬੈਠੇ ਹੋ ਨਾ, ਇਹ ਭੁਲੇਖੇ ਦੂਰ ਕਰ ਦਿਓ। ਤੇ ਦੂਜੇ ਜਿਹੜੇ ਲੋਕ ਬੋਲਦੇ ਆ ਕਿ ਮੈਂ ਇਸ ਚੀਜ਼ ਦੇ ਉੱਤੇ ਬੋਲ ਕਿਉਂ ਰਹੀ ਹਾਂ, ਤਾਂ ਉਹ ਆਪਣੇ ਇਹ ਭੁਲੇਖੇ ਦੂਰ ਕਰ ਲਓ ਜੀ ਮੈਂ ਸਿਰਫ ਇਸ ਚੀਜ਼ ਦੇ ਉੱਤੇ ਨਹੀਂ ਬੋਲਦੀ। ਕਿਤੇ ਵੀ ਰੇਪ ਹੁੰਦਾ ਆ, ਕਿਤੇ ਵੀ ਚਾਈਲਡ ਅਬਿਊਜ਼ ਹੁੰਦਾ ਆ, ਮੈਂ ਉਸ ਚੀਜ਼ ਤੇ ਬੋਲਦੀ ਆ। ਕਿਉਂ? ਕਿਉਂਕਿ ਉਹ ਲੋਕਾਂ ਸਾਹਮਣੇ ਲਿਆਉਣਾ ਜ਼ਰੂਰੀ ਆ। ਹੋਰ ਕੋਈ ਵੀ, ਮੈਂ
मैं ऑफेंस अगेंस्ट वुमेन दी लॉयर हाँ, ठीक। मेरा मैं बाकी केसिस नहीं करती हैगी, ऐ सच मैनू बाहले केस बाकी नहीं नॉलेज हैगी, बट ऑफेंस अगेंस्ट वुमेन दी लॉयर हाँ। जे मैं रेप विक्टिम नूं फ्री लीगल एड प्रोवाइड कर सकदी हाँ, जो मैं करदी हाँ, रेप विक्टिम्स नूं चाइल्ड अब्यूज़ नूं लीगल एड प्रोवाइड करदी हाँ। मर्डर दा मेरा सिर्फ एक केस आ जिहड़ा जसपाल वाला आ, सिर्फ वो फ्री लीगल एड वाला केस आ। बाकियां दे विच ऑब्वियसली गल असीं अपनी जो भी फीस आ वो चार्ज करी दी आ, ठीक। जिथे कोई गरीब गुरबा आ उहदी जो मैं मदद आ वो मदद करना करी दी आ। हुण इन्हां दा पर्पस उही आ, हाँ जी, मैनू चुप कराउणा भी सीगा ते नाल दी नाल इन्हां दा जिहड़ा पर्पस सीगा कि ਉਹੀ ਗੱਲ कि पैसे ठेपना, मेरा रुपया ना दवा इन्हां नूं। दूजी गल हुण जिहड़ी गल आ रही है, हुण मैं तुहाडे नाल शेयर भी कीती, जिवें इन्हां ने ठाकुर अमनदीप नूं इन्हां ने फोन कीता ते ओहदी वीडियो भी आपां तुहाडे नाल सांझी कीती आ। ठाकुर अमनदीप दे नाल जो उन्हां ने कीता वो मतलब रिकॉर्डिंग दी वीडियो बना के पाई आ, पोस्ट कीती आ। तां ठाकुर अमनदीप नूं ओह बोल के फिर बोल रहा दंगे कराउण दी धमकियां दे रहा आ। सो मैं ये लोकां नूं भी बोलना चाहुंदी हां कि इहो ਜਿਹੇ लोग धर्म दी आड़ दे विच दंगे कराउण ਦੀਆਂ ਗੱਲਾਂ ਕਰਦੇ ਆ, गलत ਅਨਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ। पर साडा फर्ज है ना, ਜਿਹੜਾ ਸਾਡਾ फर्ज की है, साडा फर्ज इंसानियत आ, ह्यूमन राइट्स साडा फर्ज आ। सो ਅਸੀਂ हर डेरावादी ਦੇ ਵਿਰੁੱਧ ਆ, ਅਸੀਂ ਕਿਸੇ ਦੀ ਆਸਥਾ ਦੇ ਇਹੋ ਜਿਹੇ ਲੋਕਾਂ ਦੇ, ਦੇਖੋ ਅਸੀਂ ਹਰੇਕ ਰੇਪਿਸਟ ਦੇ ਵਿਰੁੱਧ ਆ, पर रेपिस्ट नालों भी गंदे मैं पहला भी बोलिया सी ਉਹ लोग ਹੁੰਦੇ ਨੇ ਜਿਹੜੇ ਕਿਸੇ ਦੀ ਆਸਥਾ ਨਾਲ ਖੇਡ ਕੇ ਉਹਦਾ ਸਰੀਰਕ ਸ਼ੋਸ਼ਣ ਕਰਦੇ ਨੇ, ਜਿਹੜੇ ਕਿਸੇ ਦੇ ਵਿਸ਼ਵਾਸ ਨੂੰ ਤੋੜ ਕੇ ਉਹਦਾ ਸਰੀਰਕ ਸ਼ੋਸ਼ਣ ਕਰਦੇ ਨੇ। ਸੋ ਜੇ ਕਿਸੇ ਦਾ ਰੇਪ ਪੁਲਿਸ ਕਸਟਡੀ ਦੇ ਵਿੱਚ ਹੁੰਦਾ ਉਹ ਉਦੋਂ ਵੱਡਾ ਦੋਸ਼ੀ, ਜੇ ਕਿਸੇ ਦਾ ਰੇਪ ਪਰਿਵਾਰ ਦੇ ਵਿੱਚ ਹੁੰਦਾ ਉਹ ਉਦੋਂ ਵੱਡਾ ਦੋਸ਼ੀ, ਤੇ ਜਿਸ ਕਿਸੇ ਦਾ ਰੇਪ ਐਦਾਂ ਕਿਸੇ ਵੀ ਡੇਰੇ ਦੇ ਵਿੱਚ, ਚਾਹੇ ਫਿਰ ਉਹ ਆਸਾ ਰਾਮ ਵਾਲਾ ਹੋਵੇ, ਚਾਹੇ ਉਹ ਰਾਮਪਾਲ ਵਾਲਾ ਹੋਵੇ, ਚਾਹੇ ਉਹ ਪੰਚਕੂਲਾ ਦੇ ਵਿੱਚ ਜਿਹੜਾ ਲਕਸ਼ਨੰਦ ਸਰਸਵਤੀ ਵਾਲਾ ਹੋਵੇ, ਜਾਂ ਫਿਰ ਉਹ ਸਿਰਸੇ ਵਾਲਾ ਹੋਵੇ, ਜਾਂ ਫਿਰ ਜਿਹੜਾ ਇਹ ਗਿਆਨਨਾਥ ਡੇਰੇ ਵਾਲਾ ਹੋਵੇ, ਅਸੀਂ ਜਾਂ ਫਿਰ ਕਿਤੇ ਵੀ ਮਤਲਬ ਕਿਤੇ ਵੀ, ਚਾਹੇ ਉਹ ਸਿੱਖਾਂ ਦਾ ਡੇਰਾ ਹੋਵੇ, ਚਾਹੇ ਹਿੰਦੂਆਂ ਦਾ ਡੇਰਾ ਹੋਵੇ, ਚਾਹੇ ਮੁਸਲਮਾਨਾਂ ਦਾ ਡੇਰਾ ਹੋਵੇ, ਜਿਸ ਵੀ ਡੇਰੇ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਉਹਨਾਂ ਦੇ ਉੱਤੇ ਉਦੋਂ ਵੀ ਜ਼ਿਆਦਾ ਸਖਤ ਕਾਰਵਾਈ ਕੀਤੀ ਜਾਊਗੀ ਔਰ ਕਰਾਈ ਜਾਏਗੀ। ਮੈਂ ਹਮੇਸ਼ਾ ਰੇਪ ਵਿਕਟਮਸ ਦੇ ਨਾਲ ਖੜੀ ਹਾਂ। ਦੇਖੋ ਕੇਸ ਪ੍ਰੂਵ ਹੋਣਾ ਉਹ ਅੱਗੇ ਜੱਜ ਸਾਹਿਬ ਦੀ ਹੈ ਕਿ ਉਹਨਾਂ ਨੂੰ ਇਕੁਇਟਲ ਦੇਣੀ ਆ ਜਾਂ ਉਹਨਾਂ ਨੂੰ ਸਜ਼ਾ ਦੇਣੀ ਆ, ਠੀਕ ਆ। ਪਰ ਜਿੱਥੇ ਜੱਜ ਸਾਹਿਬ ਨੇ ਰੰਗੀ ਹੱਥੀ ਫੜਿਆ, ਜਿੱਥੇ ਮੈਡੀਕਲ ਹੋ ਗਿਆ ਆ, ਜਿਹੜੀਆਂ ਚੀਜ਼ਾਂ ਕਲੀਅਰ ਹੈਗੀਆਂ ਨੇ, ਠੀਕ ਹੈ ਜੀ, ਜਿਹੜੀਆਂ ਚੀਜ਼ਾਂ ਕਲੀਅਰ ਨੇ, ਮੇਰਾ ਹਮੇਸ਼ਾ ਫਰਜ਼ ਹੈ ਕਿ ਜੇ ਕਿਤੇ ਵੀ ਇਹੋ ਜਿਹੀ ਗੱਲ ਹੁੰਦੀ ਆ ਅਸੀਂ ਉਸ ਚੀਜ਼ ਤੇ ਬੋਲਣਾ। ਹੁਣ ਮੈਂ ਤੁਹਾਡੇ ਕੋਲ ਐਗਜ਼ਾਮਪਲ ਸਾਂਝੀ ਕਰਾਂਗੀ। ਕਠੂਆ ਦੇ ਵਿੱਚ ਜਦੋਂ ਨਿੱਕੀ ਜੀ ਕੁੜੀ ਦਾ ਇੱਕ ਮੰਦਿਰ ਦੇ ਵਿੱਚ ਰੇਪ ਹੋਇਆ ਸੀਗਾ ਤਾਂ ਅਸੀਂ ਉਸ ਇਸ਼ੂ ਨੂੰ ਵੀ ਚੱਕਿਆ ਸੀਗਾ ਤੇ ਸਜ਼ਾ ਬਾਅਦ ਵਿੱਚ ਹੋਈ ਆ, ਇਸ਼ੂ ਪਹਿਲਾਂ ਚੱਕਿਆ ਗਿਆ, ਕਿਉਂਕਿ ਇਹੋ ਜਿਹੇ ਜਿਹੜੇ ਡੇਰਾਵਾਦੀ ਹੁੰਦੇ ਆ ਇਹ ਇਸ਼ੂਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ। ਇਸ਼ੂਜ਼ ਨੂੰ ਦਬਾਉਂਦੇ ਕਿਵੇਂ ਆ? ਆਪਣੀ ਜਿਹੜੀ ਪੋਲੀਟੀਕਲ ਤੇ ਦੂਜੀ ਪਾਵਰ ਆ ਉਹਨੂੰ ਯੂਜ਼ ਕਰਕੇ। ਇਹੋ ਜਿਹੀਆਂ ਐਗਜ਼ਾਮਪਲ ਸਾਡੇ ਕੋਲ ਬਹੁਤ ਭਰੀਆਂ ਪਈਆਂ ਨੇ। ਫਿਰ ਸਿਰਸੇ ਵਾਲੇ ਦੀ ਐਗਜ਼ਾਮਪਲ ਆ ਤੁਹਾਡੇ ਸਾਹਮਣੇ ਆ ਕਿ ਸਾਡੇ ਇੰਟਰਨੈਟ ਤੱਕ ਬੰਦ ਕਰ ਦਿੱਤੇ ਗਏ ਸੀ 3 ਦਿਨਾਂ ਲਈ, ਜਦੋਂ ਉਹਨੂੰ ਜੇਲ੍ਹ 'ਚ ਲੈ ਕੇ ਜਾਣਾ ਸੀ, ਜਦੋਂ ਉਹਨੂੰ ਸਜ਼ਾ ਹੋਣੀ ਸੀਗੀ। ਸੋ ਇਹਨਾਂ ਲੋਕਾਂ ਨੂੰ ਮੇਰੇ ਤੋਂ ਪ੍ਰੋਬਲਮ ਕਿਸ ਚੀਜ਼ ਦੀ ਹੋਈ ਆ? ਇਸ ਚੀਜ਼ ਦੀ, ਠੀਕ। ਵੀ ਮੈਂ ਇਹ ਗੱਲਾਂ ਜਿਹੜੇ ਫੈਕਟ ਹੈਗੇ ਨੇ ਇਹ ਸੱਚ ਮੈਂ ਬੋਲ ਰਹੀ ਹਾਂ। ਮੈਂ ਇੰਨੇ ਦਿਨਾਂ ਤੋਂ ਚੁੱਪ ਸੀ ਕਿਉਂਕਿ ਮੈਂ ਸਟੱਡੀ ਕਰ ਰਹੀ ਸੀ। ਹੁਣ ਉਹ ਜਿਹੜਾ ਡਾਕਟਰ ਆ ਉਹਦੇ ਖਿਲਾਫ ਆਪਣੇ ਕੋਲ ਬਹੁਤ ਪ੍ਰੂਫ ਇਕੱਠੇ ਹੋ ਗਏ ਨੇ, ਉਹਦੇ ਖਿਲਾਫ ਕਿੰਨੇ ਲੋਕਾਂ ਨੇ ਕੰਪਲੇਂਟ ਕਰਤੀ ਆ। ਡਾਕਟਰ ਮੈਨੂੰ ਕਹਿੰਦਾ ਸੀ ਵੀ ਇਸ ਕੁੜੀ ਨੂੰ ਮਾਫੀ ਨਹੀਂ ਦੇਣੀ ਐਂਡ ਆਲ ਜਿਹੜੀ ਵੀ ਚੀਜ਼ ਆ। ਹੁਣ ਉਹ ਆਪਦੀ ਧੀ ਦੇ ਲਈ ਮਾਫੀ ਕਿਉਂ ਮੰਗ ਰਿਹਾ ਕਿ ਉਹਦੀ ਧੀ ਨੇ ਨਿਸ਼ਾਨ ਸਾਹਿਬ ਦੇ ਸਾਹਮਣੇ ਜੋ ਹਰਕਤ ਕੀਤੀ ਆ, ਜਿਹਦੇ ਖਿਲਾਫ ਕਲਿਆਣ ਜੀ ਨੇ ਕੰਪਲੇਂਟ ਕੀਤੀ ਹੋਈ ਆ। ਇਹ ਗੱਲਾਂ ਪੁੱਛਣ ਵਾਲੀਆਂ ਨੇ ਕਿ ਤੇ ਫਿਰ ਇਹਨੇ ਮੱਖੂ ਜੀ ਤੋਂ ਮਾਫੀ ਕਿਉਂ ਮੰਗੀ? ਸੋ ਇਹ ਗੱਲਾਂ ਸਾਰੀਆਂ ਪੁੱਛਣ ਵਾਲੀਆਂ ਨੇ। ਫਿਰ ਦੂਜੀ ਜਿਹੜੀ ਹੈਗੀ ਆ, ਮੈਂ ਹੁਣ ਉਹ ਗੱਲਾਂ ਤਾਂ ਤੁਹਾਨੂੰ ਦੱਸ ਹੀ ਦਿੱਤੀਆਂ ਕਿ ਕਿਵੇਂ ਇਹਨਾਂ ਨੇ ਕੀ ਕੀਤਾ। ਫਿਰ ਮੇਰੀ ਲੋਕਾਂ ਨੂੰ ਅਪੀਲ ਆ ਕਿ ਪਰ ਇਸ ਚੀਜ਼ ਨੂੰ ਧਾਰਮਿਕ ਰੰਗ ਨਾ ਦਿੱਤਾ ਜਾਵੇ। ਅਸੀਂ ਸਾਰੇ ਇਨਸਾਨ ਆ, ਕਿਸੇ ਵੀ ਧਾਰਮਿਕ ਸਥਾਨ ਦੀ ਸਾਨੂੰ ਸਾਰਿਆਂ ਨੂੰ ਇੱਜ਼ਤ ਕਰਨੀ ਚਾਹੀਦੀ ਆ। ਫਿਰ ਚਾਹੇ ਉਹ ਦਰਬਾਰ ਸਾਹਿਬ ਹੋਵੇ, ਜੇ ਅੰਮ੍ਰਿਤਸਰ ਦੀ ਗੱਲ ਕਰੀਏ, ਚਾਹੇ ਦੁਰਗਿਆਨਾ ਮੰਦਿਰ ਹੋਵੇ ਤੇ ਚਾਹੇ ਫਿਰ ਰਾਮ ਤੀਰਥ ਮੰਦਿਰ ਹੋਵੇ, ਸਾਰੇ ਸ਼ਰਧਾ ਤੇ ਪਵਿੱਤਰ ਹੈਗੇ ਨੇ। ਤੇ ਪਰ ਜੇ ਕੋਈ ਵੀ ਕਿਸੇ ਲੋਕਾਂ ਦੀ ਆਸਥਾ ਨਾਲ ਖਿਲਵਾੜ ਕਰਕੇ ਗਲਤ ਕਰੇਗਾ ਤੇ ਉਹਦੇ ਵਿਰੁੱਧ ਅਸੀਂ ਖੜੇ ਆ। ਮੇਰੇ ਲਈ ਚਾਹੇ ਉਹ ਐਸੀ ਭਾਈਚਾਰਾ ਹੋਵੇ, ਮੇਰੇ ਲਈ ਸਾਰੇ ਇਨਸਾਨ ਨੇ, ਚਾਹੇ ਉਹ ਜੱਟ ਹੋਣ, ਚਾਹੇ ਉਹ ਕੋਈ ਵੀ ਹੋਵੇ, XYZ, ਆਪਣੇ ਲਈ ਸਾਰੇ ਇਨਸਾਨ ਆ। ਤੇ ਜਿੱਥੇ ਵੀ ਕਿਸੇ ਦੇ ਨਾਲ ਧੱਕਾ ਹੁੰਦਾ ਉਹਨਾਂ ਦੇ ਨਾਲ ਖੜੇ ਆ ਤੇ ਉਹਨਾਂ ਦੇ ਨਾਲ ਖੜਦੇ ਰਹਾਂਗੇ। ਜੋ
ਮੈਨੂੰ ਸਹੀ ਲੱਗੇਗਾ, ਜਿੱਥੇ ਮੇਰਾ ਦਿਲ ਕਰਦਾ ਮੈਂ ਮਤਲਬ ਕਰਾਂਗੀ। ਹੁਣ ਮੇਰਾ ਮਕਸਦ ਸੀਗਾ ਮੈਂ ਤੁਹਾਨੂੰ ਲੋਕਾਂ ਨੂੰ ਦੱਸਾਂ ਕਿ ਇਹਨਾਂ ਨੇ ਪਰਚਾ ਮੇਰੇ ਤੇ ਕੋਈ ਰਿਲੀਜੀਅਸ ਫੀਲਿੰਗ ਕਰਕੇ ਨਹੀਂ ਕੀਤਾ ਗਿਆ ਸੀਗਾ, ਮੇਰੇ ਤੇ ਪਰਚਾ ਇਸ ਲਈ ਕੀਤਾ ਗਿਆ ਸੀਗਾ ਕਿ ਇਹਨੂੰ ਇਸ ਤਰੀਕੇ ਨਾਲ ਫਸਾ ਦਿੱਤਾ ਜਾਵੇ। ਪੋਲੀਟੀਕਲ ਵੀ ਜਿੰਨੇ ਦੁਸ਼ਮਣ ਸੀਗੇ ਸਾਰਿਆਂ ਨੇ ਰਲ ਕੇ ਇਹ ਚੀਜ਼ਾਂ ਕੀਤੀਆਂ। ਮੈਂ ਪੁਲਿਸ ਨੂੰ ਇਸ ਚੀਜ਼ 'ਚ ਦੋਸ਼ੀ ਸਿਰਫ ਇੰਨਾ ਕੁ ਮੰਨਦੀ ਹਾਂ ਕਿ ਪੁਲਿਸ ਇਹਨਾਂ ਦੇ ਪ੍ਰੈਸ਼ਰ ਦੇ ਵਿੱਚ ਕਿਉਂ ਆਉਂਦੀ ਆ। ਮੈਂ ਪੁਲਿਸ ਨੂੰ ਇਸ ਚੀਜ਼ ਦੇ ਵਿੱਚ ਐਡਾ ਜ਼ਿਆਦਾ ਦੋਸ਼ੀ ਨਹੀਂ ਮੰਨਦੀ, ਕਿਉਂਕਿ ਮੈਂ ਖੁਦ ਉਸ ਸਮੇਂ ਪੁਲਿਸ ਵਾਲਿਆਂ ਦੀ ਮਜਬੂਰੀ ਦੇਖੀ ਸੀਗੀ, ਹਾਲਾਤ ਦੇਖੇ ਸੀਗੇ ਕਿ ਪੁਲਿਸ ਵਾਲਿਆਂ ਦੀ ਹਾਲਤ ਕੀ ਆ, ਠੀਕ ਵੀ ਕਿਵੇਂ ਉਹਨਾਂ ਨੂੰ ਇਹਨਾਂ ਨੇ ਘਰ ਦਾ ਘਰਾਓ ਕਰਕੇ, ਕਿਉਂਕਿ ਜਿਹੜੀ ਮੇਰੀ ਆਈਓ ਸੀਗੀ ਤੇ ਚਲੋ ਗੱਲਾਂ ਛੱਡੋ ਕੀ ਕਰਨੀਆਂ ਨੇ, ਆਈਓ ਵਿਚਾਰੀ ਦਾ ਵਿਆਹ ਹੋਇਆ ਸੀਗਾ ਉਹ, ਤੇ ਉਹਨੂੰ ਕਿਵੇਂ ਉਹਦਾ ਸਾਰਾ ਦਿਨ ਘਰ ਘਰਾਇਆ ਕਰੀ ਰੱਖਦੇ ਸੀਗੇ ਕਿ ਤੁਸੀਂ ਸਿਮਰਨ ਨੂੰ ਅਰੈਸਟ ਕਿਉਂ ਨਹੀਂ ਕਰਦੇ ਹੈਗੇ। ਸੋ ਉਹ ਡਿਫਰੈਂਟ ਗੱਲਾਂ ਨੇ। ਸੋ ਇਹ ਬਿਲਕੁਲ ਸੱਚੇ ਫੈਕਟ ਨੇ। ਜਿਹੜਾ ਇਹ ਕਰੋੜ ਰੁਪਇਆ 3.5 ਕਰੋੜ ਰੁਪਇਆ ਮੇਰੇ ਤੋਂ ਮੇਰੇ ਕੇਸ ਦਾ ਮੰਗਣਾ ਚਾਹੁੰਦੇ ਸੀਗੇ, ਇਨਡਾਇਰੈਕਟ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ। ਸੋ ਇਸ ਚੀਜ਼ ਦੇ ਪ੍ਰੂਫ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਉਹਨਾਂ ਦਾ ਖੁਦ PSO ਹੈ ਮਨਜੀਤ ਸਿੰਘ ਜੀ। ਤੇ ਹੁਣ ਹੋਰ ਗੱਲ ਕਿ ਇਹਨੇ ਲੋਕਾਂ ਗੁੰਮਰਾਹ ਕਰਕੇ ਇਹਦੀ ਪਤਨੀ ਨੇ ਉਹ ਲਈ ਹੋਈ ਆ, ਉਹ ਜਿਹੜੀ ਮੇਰੀ ਗੁੱਤ ਕੱਟਣ ਦੀ ਗੱਲ ਕਰਦੀ ਹੈ। ਤੇ ਦੂਜਾ ਮੈਨੂੰ ਜਿਹੜਾ ਸਾਰਿਆਂ ਨੇ ਕਿਹਾ ਕਿ ਉਹਦੇ ਖਿਲਾਫ ਮੈਂ ਕਾਰਵਾਈ ਕਰਾਵਾਂ, ਵੀਰੇ ਜੇ ਮੈਂ ਆਪਣੇ ਕੇਸਾਂ ਦੇ ਵਿੱਚ ਹੀ ਉਲਝੀ ਰਹਿ ਗਈ ਨਾ ਫਿਰ ਮੈਂ ਲੋਕਾਂ ਦੀ ਹੈਲਪ ਨਹੀਂ ਕਰ ਪਾਉਂਗੀ। ਸੋ ਮੇਰਾ ਪਰਪਸ ਹੈਗਾ ਕਿ ਲੋਕਾਂ ਦੀ ਹੈਲਪ ਕਰਨਾ, ਤੇ ਮੈਂ ਲੋਕਾਂ ਦੀ ਹੈਲਪ ਕਰਨੀ ਆ ਤਾਂ ਮੈਂ ਉਸ ਚੀਜ਼ ਦੇ ਵਿੱਚ ਮਤਲਬ ਜੇ ਮੈਂ ਆਪਣੇ ਕੇਸਾਂ 'ਚ ਉਲਝੀ ਰਹੀ, ਮੈਨੂੰ ਤਾਂ ਰੋਜ਼ ਕੋਈ ਨਾ ਕੋਈ ਬੋਲਦਾ, ਮੇਰੇ ਤਾਂ ਹਜ਼ਾਰਾਂ ਦੁਸ਼ਮਣ ਆ। ਸੋ ਜੇ ਮੈਂ ਇਹਨਾਂ ਚੀਜ਼ਾਂ 'ਚ ਪਈ ਰਹੀ ਤਾਂ ਫਿਰ ਮੈਂ ਲੋਕਾਂ ਦੀ ਹੈਲਪ ਨਹੀਂ ਕਰ ਪਾਉਂਗੀ। ਸੋ ਆਈ ਵਾਂਟ ਟੂ ਹੈਲਪ ਪੀਪਲ। ਯੈਸ ਜੀ, ਤੀਰਥ ਸਿੰਘ ਵੈਰੀ ਗੁੱਡ ਵੀਰੇ, ਮੈਨੂੰ ਨਹੀਂ ਪਤਾ ਤੀਰਥ ਸਿੰਘ ਕੌਣ ਨੇ। ਓਕੇ, ਮੈਂ ਅੱਛਾ ਉਹਨਾਂ ਨੇ ਕੋਈ ਕਮੈਂਟ ਕੀਤਾ। ਬਸ ਇਹੀ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ। ਹਾਂਜੀ, ਇੱਕ ਗੱਲ ਹੋਰ ਕਿਸੇ ਨੇ ਕੁਐਸਚਨ ਰੇਜ਼ ਕੀਤਾ ਸੀਗਾ ਕਿ ਲੇਡੀਜ਼ ਨੇ ਫੋਨ ਕਿਉਂ ਨਹੀਂ ਕੀਤਾ ਸੀ ਪੁਲਿਸ ਨੂੰ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ FIR ਆ, ਜੋ ਧਾਰਾ ਲੱਗੀਆਂ ਨੇ ਉਹਨਾਂ ਦੇ ਵਿੱਚ ਇੱਕ 379 ਦੀ ਧਾਰਾ ਵੀ ਲੱਗੀ ਆ, ਤੇ 379 ਹੈਗੀ ਆ ਚੋਰੀ ਦੀ। ਉਹ ਸਾਫ਼ ਉਹਦੇ ਵਿੱਚ ਦਿੱਤਾ ਆ ਕਿ ਉਹਨਾਂ ਨੇ ਉਹ ਲੇਡੀਜ਼ ਆ ਜਦੋਂ ਡੇਰੇ ਤੇ ਸੀਗੀਆਂ, ਜਦੋਂ ਉਹਨਾਂ ਨੂੰ ਬੰਦੀ ਬਣਾਇਆ, ਉਹਨਾਂ ਨੇ ਉਹਨਾਂ ਦੇ ਫੋਨ ਫੜ ਲਏ ਸੀਗੇ। ਠੀਕ ਹੈ ਜੀ, ਸਮਝੇ ਜੀ। 379 ਇਸ ਲਈ ਲੱਗੀ ਆ। ਸੋ ਉਦੋਂ ਵੀ ਦੱਸਿਆ ਸੀਗਾ ਰੌਂਗਫੁਲ ਕਨਫਾਈਨਮੈਂਟ, ਤੇ ਇਹ ਤੇ ਜਿਹੜੀ ਹੈਗੀ ਆ 376 ਲੱਗੀ ਆ, 376D ਵੀ ਲੱਗਣੀ ਚਾਹੀਦੀ ਆ। ਚਲੋ ਉਹਨਾਂ ਨੇ 34 ਲਾ ਕੇ ਸਾਰਿਆਂ ਦਾ ਉਹ ਕਰਤਾ, ਬਟ ਉਹ ਗੈਂਗ ਰੇਪ ਹੋਇਆ ਆ। ਸੋ ਆਹ ਸਾਰੀ ਸਿਚੁਏਸ਼ਨ ਆ ਤੇ ਇਹਨਾਂ ਦੇ ਖਿਲਾਫ ਹੁਣ ਦੇਖੋ ਜੀ, ਕੁਝ ਲੋਕ ਮੈਨੂੰ ਬੜਾ ਦੁੱਖ ਹੁੰਦਾ ਕਿ ਉਹਨਾਂ ਦੇ ਹੀ ਸਾਥੀ ਉਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਉਹ ਲੋਕ ਇਹ ਕਿਉਂ ਨਹੀਂ ਸੋਚ ਰਹੇ ਕਿ ਉਹ ਜਿਹੜੀਆਂ ਲੇਡੀਜ਼ ਉਹ ਵੀ ਦਲਿਤ ਭਾਈਚਾਰੇ ਦੀਆਂ ਨੇ। ਇੱਦਾਂ ਦਾ ਫਿਰ ਔਰਤਾਂ ਦੇ ਨਾਲ ਕੋਈ ਵੀ ਨਹੀਂ ਖੜੂਗਾ। ਉਹਨਾਂ ਔਰਤਾਂ ਦੇ ਨਾਲ ਇੱਦਾਂ ਗਲਤ ਮਤਲਬ ਹੋ ਰਿਹਾ ਆ, ਤੇ ਕੀ ਉਹ ਇੱਦਾਂ ਹੀ ਹੋਣ ਦਿੱਤਾ ਜਾਊਗਾ? ਕੋਈ ਉਹਨਾਂ ਦੇ ਹੱਕ ਲਈ ਨਹੀਂ ਖੜੇਗਾ। ਫਿਰ ਕਈ ਲੋਕ ਇਹ ਗੱਲ ਵੀ ਬੋਲਦੇ ਆ ਕਿ ਉਹਨਾਂ ਦਾ ਕਿਹੜਾ ਜੀ ਹਜੇ ਕੇਸ ਸਾਬਤ ਹੋ ਗਿਆ। ਤੇ ਬਾਈ ਜੀ, ਕੇਸ ਤਾਂ ਮੇਰਾ ਵੀ ਸਾਬਤ ਨਹੀਂ ਹੋਇਆ ਹਲੇ। ਮੇਰੇ ਕੇਸ ਦੇ ਵਿੱਚ ਤਾਂ ਹਾਈ ਕੋਰਟ ਨੇ ਅੱਧਾ ਫੈਸਲਾ ਦੇ ਕੇ ਅੱਧਾ ਮੇਰੇ ਪੱਖ 'ਚ ਕਰਕੇ ਮੈਨੂੰ ਜ਼ਮਾਨਤ ਵੀ ਦੇਤੀ ਆ। ਠੀਕ ਹੈ ਨਾ। ਸੋ ਜਿਹੜੇ ਕਈ ਲੋਕ ਇਹ ਬੋਲ ਰਹੇ ਆ ਕਿ ਮੇਰਾ ਕੋਈ ਪਰਸਨਲ ਮੋਟਿਵ ਆ, ਤਾਂ ਬਿਲਕੁਲ ਵੀਰ ਜੀ, ਬਿਲਕੁਲ। ਜਦ ਜੇ ਕਿਸੇ ਨੇ ਮੇਰੇ ਖਿਲਾਫ ਇੰਨੀ ਕਰਕੇ ਮੇਰਾ ਟਾਈਮ ਬਰਬਾਦ ਕੀਤਾ, ਮੇਰੇ ਕਲਾਇੰਟਸ ਦਾ ਟਾਈਮ ਬਰਬਾਦ ਕੀਤਾ, ਮੇਰੇ ਪੇਰੈਂਟਸ ਨੂੰ ਦੁੱਖ ਦਿੱਤਾ, ਉਹਨਾਂ ਲੋਕਾਂ ਨੂੰ ਦੁੱਖ ਮਿਲਿਆ ਜਿਹੜੇ ਲੋਕ ਮੇਰੇ ਤੋਂ ਉਮੀਦ ਕਰਦੇ ਨੇ, ਜਿਨ੍ਹਾਂ ਲੋਕਾਂ ਦੇ ਮੈਂ ਕੰਮ ਕਰਦੀ ਹਾਂ, ਉਹਨਾਂ ਲੋਕਾਂ ਦਾ 55 ਦਿਨ ਸਾਡੇ ਵੇਸਟ ਕੀਤੇ। ਔਰ 55 ਦਿਨ ਦੇ ਵਿੱਚ ਹਰ ਦਿਨ ਸਾਡਾ ਲੱਖ ਰੁਪਏ ਦਾ ਆ। ਠੀਕ ਆ। ਤੇ ਫਿਰ ਮੈਂ ਇਹਨਾਂ ਲੋਕਾਂ ਦੇ ਪਿੱਛੇ ਕਿਉਂ ਨਾ, ਮੈਂ ਇਹਨਾਂ ਲੋਕਾਂ ਵਾਲੇ ਕੇਸ ਨੂੰ ਜ਼ਿਆਦਾ ਸੀਰੀਅਸਲੀ ਕਿਉਂ ਨਾ ਲਵਾਂ। ਸੋ ਇਹਦੇ ਵਿੱਚ ਆਮ ਮੋਟਿਵ ਤਾਂ ਮੇਰਾ ਹੈਗਾ, ਪਰ ਮੇਰਾ ਪਰਸਨਲ ਮੋਟਿਵ ਵੀ ਹੈਗਾ ਔਰ ਮੈਂ ਇਸ ਚੀਜ਼ ਨੂੰ ਫਾਈਟ ਕਰਾਂਗੀ। ਠੀਕ ਆ। ਮੈਂ ਇਸ ਕੇਸ ਦੀ ਪੂਰੀ ਪੈਰਵਾਈ ਕਰਾਂਗੀ ਤੇ ਫੈਕਟ ਤੁਹਾਨੂੰ ਦੱਸ ਹੀ ਦਿੱਤੇ ਆ। ਬਾਕੀ ਫਿਰ ਅਪੀਲ ਆ ਜੀ, ਇਸ ਚੀਜ਼ ਨੂੰ ਧਾਰਮਿਕ ਰੰਗ ਨਾ ਦਿੱਤਾ ਜਾਵੇ ਤੇ ਇਸ ਚੀਜ਼ ਦੇ ਨਾਲ ਸਾਰੇ ਸਮਾਜ ਨੂੰ ਬੁਰਾ ਨਾ ਬੋਲਿਆ ਜਾਵੇ। ਇਸ ਸਮਾਜ ਦੇ ਵਿੱਚ ਬਹੁਤ ਚੰਗੇ ਲੋਕ ਹੈਗੇ ਨੇ। ਜਿਵੇਂ ਬੁਰਾਈ ਸਾਰੇ ਪਾਸੇ ਹੁੰਦੀ ਆ। ਠੀਕ ਆ। ਇੱਕ ਜਿਹੜੇ ਸਿਰਸੇ ਵਾਲਾ, ਇਹਦੇ ਨਾਲ ਬਹੁਤ ਸਿੱਖ ਧਰਮ ਦੇ ਲੋਕ ਜੁੜੇ ਹੋਏ ਸੀਗੇ, ਤਾਂ ਸਾਰੇ ਤਾਂ ਨਹੀਂ ਮਾੜੇ ਹੋ ਜਾਂਦੇ। ਸੋ ਸਾਰੇ ਹਿੰਦੂ ਮਾੜੇ ਨਹੀਂ ਹੋ ਜਾਂਦੇ ਹੈਗੇ ਆਸਾ ਰਾਮ ਕਰਕੇ। ਠੀਕ ਆ, ਜਾਂ ਰਾਮਪਾਲ ਕਰਕੇ। ਤੇ ਇਹੋ ਜਿਹੇ ਲੋਕਾਂ ਕਰਕੇ ਜਿਹੜੇ ਇਹ ਵੱਡੇ ਹੀਰੋ ਬਣੇ ਫਿਰਦੇ ਸੀਗੇ ਜਾਂ ਵੱਡੇ ਗੁਰੂ ਬਣੇ ਫਿਰਦੇ ਆ, ਠੀਕ, ਇਹਨਾਂ ਦੇ ਕਰਕੇ ਆਪਾਂ ਉਹਨਾਂ ਨੂੰ ਬੁਰਾ ਨਹੀਂ ਕਹਿ ਸਕਦੇ। ਹੁਣ ਮੇਰੇ ਕੋਲ ਅੱਜ ਇੱਕ ਵੀਰ ਜੀ ਆ ਪਰਵਿੰਦਰ ਸਿੰਘ, ਉਹਨਾਂ ਨੇ ਦੱਸਿਆ ਸੀਗਾ ਕਿ ਕਿਵੇਂ ਇਹ ਡੇਰਾ ਬਣਿਆ ਸੀਗੇ। ਬਾਬਾ ਗਿਆਨਨਾਥ ਸੀਗੇ, ਉਹਨਾਂ ਤੋਂ ਬਾਅਦ ਬਾਬਾ ਪੂਰਨਨਾਥ ਸੀਗੇ। ਉਹ ਤਿੰਨੋਂ ਜਣੇ ਬਹੁਤ ਵਧੀਆ ਸੀਗੇ। ਬਾਬਾ ਪੂਰਨਨਾਥ ਨੇ ਇਹ ਡੇਰਾ ਆਪਦੇ ਪੈਸਿਆਂ ਦਾ ਬਣਾਇਆ ਸੀਗਾ। ਉਹਨਾਂ ਦੇ ਕੋਲ 18 ਏਕੜ ਜ਼ਮੀਨ ਸੀ, ਜਿਹਦੇ ਵਿੱਚੋਂ 9 ਏਕੜ ਵੇਚ ਕੇ ਇਹਨਾਂ ਨੇ ਇਹ ਬਣਾਇਆ ਸੀਗਾ। ਤੇ ਸੂਰਜਨਾਥ UP ਤੋਂ ਸੀਗਾ,
ਕਿ ਜਿਹੜਾ ਨਛੱਤਰ ਆ ਇਹ ਸਾਰੇ ਜਾਣੇ ਇਹਨਾਂ ਦੇ ਕੋਲ ਹੀ ਸੀਗੇ, ਇਹਨਾਂ ਦੇ ਮਤਲਬ ਡਰਾਈਵਰ ਵਾਂਗੂ ਕੰਮ ਕਰਦੇ ਸੀਗੇ। ਫਿਰ ਇਹਨਾਂ ਨੇ ਸਲੋ ਪੋਇਜ਼ਨ ਦੇ ਕੇ ਮੈਨੂੰ, ਹੁਣ ਦੇਖੋ ਇਹ ਮੈਨੂੰ ਦੱਸੀ ਹੋਈ ਖਬਰ ਆ, ਆਈ ਡੋਂਟ ਹੈਵ ਐਨੀ ਪ੍ਰੂਫ, ਪਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਉਹ ਕਿਸੇ ਨੇ ਦੱਸੀ ਹੈ ਜਿਹੜੀ ਖਬਰ, ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਸਲੋ ਪੋਇਜ਼ਨ ਦੇ ਕੇ ਬਾਬਾ ਪੂਰਨਨਾਥ ਜੀ ਦੀ ਹਾਲਤ ਖਰਾਬ ਕਰਤੀ ਤੇ ਖੁਦ ਡੇਰੇ ਤੇ ਕਾਬਜ ਹੋ ਗਏ। ਸੋ ਆ ਉਹ ਬੰਦੇ ਨੇ ਤੇ ਲੋਕ ਇਹਨਾਂ ਨੂੰ ਫਿਰ ਸੰਤ ਕਹਿ ਰਹੇ ਨੇ। ਹੁਣ ਪਹਿਲਾਂ ਵੀ ਦੱਸਿਆ, ਫਿਰ ਉਹਦੀ ਵਾਈਫ ਵਾਲੀ ਗੱਲ ਵੀ ਪਤਾ ਆ, ਫਿਰ ਉਹ ਮੇਰੇ ਬਾਰੇ ਕੀ ਬੋਲ ਰਹੀ ਹੈ, ਲੋਕਾਂ ਨੂੰ ਕਿਵੇਂ ਭੜਕਾਉਂਦੇ ਰਹੇ, ਉਹ ਚੀਜ਼ਾਂ ਵੀ ਪਤਾ ਆ। ਸੋ ਬਸ ਇੰਨੀਆਂ। ਤੇ ਕੁਛ ਵੀਰ ਜੀ ਦੇ ਕਮੈਂਟ ਕਰ ਰਹੇ ਆ, ਅਰਵਿੰਦਰ ਵੀਰੇ ਉਹਨਾਂ ਦਾ ਅਸੀਂ ਕੇਸ ਕਰ ਰਹੇ ਹਾਂ, ਡੋਂਟ ਵਰੀ, ਅਰਵਿੰਦਰ ਦੇ ਨਾਲ ਆ ਸਾਰੇ ਜਾਣੇ, ਅਰਵਿੰਦਰ ਨੂੰ ਜਿਹੜੀ ਹੈਗੀ ਆ ਜਸਟਿਸ ਆ ਜ਼ਰੂਰ ਮਿਲੇਗੀ। ਬਾਕੀ ਜੇ ਕੁਛ ਗਲਤ ਬੋਲਿਆ ਗਿਆ ਹੋਵੇ ਮੈਨੂੰ ਮਾਫ ਕਰਿਓ, ਤੇ ਮੈਂ ਫੇਰ ਉਹੀ ਗੱਲ ਬੋਲੂੰਗੀ, ਮੇਰੇ ਲਈ ਜਿਵੇਂ ਬਾਬਾ ਨਾਨਕ ਉਵੇਂ ਮੇਰੇ ਲਈ ਮਹਾਰਿਸ਼ੀ ਵਾਲਮੀਕ ਜੀ ਨੇ। ਸੋ ਉਹਨਾਂ ਦੀ ਓਨੀ ਹੀ ਇੱਜ਼ਤ ਆ। ਸੋ ਜਿਵੇਂ ਦਰਬਾਰ ਸਾਹਿਬ ਆ ਉਵੇਂ ਰਾਮ ਤੀਰਥ ਮੰਦਿਰ ਵੀ ਆ, ਉਵੇਂ ਦੁਰਗਿਆਨਾ ਮੰਦਿਰ ਵੀ ਆ। ਸੋ ਸਾਰੇ ਧਾਰਮਿਕ ਸਥਾਨ ਤੇ ਧਰਮ ਸੇਮ ਇੱਜ਼ਤ ਆ, ਸਿੱਧੀ ਜੀ ਗੱਲ ਆ, ਤੇ ਆਪਾਂ ਨੂੰ ਇੱਜ਼ਤ ਕਰਨੀ ਬਣਦੀ ਵੀ ਆ। ਇਹੋ ਜਿਹੀਆਂ ਚੀਜ਼ਾਂ ਦੇ ਕਰਕੇ ਪੂਰੇ ਭਾਈਚਾਰੇ ਨੂੰ ਬਦਨਾਮ ਨਾ ਕੀਤਾ ਜਾਵੇ, ਨਾ ਹੀ ਮੰਦਿਰ ਨੂੰ ਬਦਨਾਮ ਕੀਤਾ ਜਾਵੇ। ਪਰ ਮੈਂ ਭਾਈਚਾਰੇ ਦੇ ਲੋਕਾਂ ਨੂੰ ਇੰਨੀ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਇਹੋ ਜਿਹੇ ਲੋਕਾਂ ਨੂੰ ਤੁਸੀਂ ਸਜ਼ਾ ਦਿਵਾਵੋ ਤਾਂ ਕਿ ਇਹੋ ਜਿਹੇ ਲੋਕਾਂ ਨੂੰ ਸਜ਼ਾ ਦਿਵਾਵੋ ਤਾਂ ਕਿ ਕੱਲ ਨੂੰ ਉਹ ਉੱਥੇ ਜਿਹੜੇ ਆਸਥਾ ਤੁਹਾਡੀਆਂ ਹੀ ਧੀਆਂ ਭੈਣਾਂ ਨੇ ਉੱਥੇ ਮੱਥਾ ਟੇਕਣ ਜਾਣਾ ਆ, ਉਹਨਾਂ ਦੇ ਅੰਦਰ ਡਰ ਨਾ ਹੋਵੇ। ਠੀਕ ਹੈ ਜੀ, ਬਸ ਇੰਨੀ ਹੀ ਬੇਨਤੀ ਆ। ਬੇਨਤੀ ਪ੍ਰਵਾਨ ਕਰਿਓ ਤੇ ਧਿਆਨ ਰੱਖਿਓ, ਤੇ ਸੱਚ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਜ਼ਰੂਰੀ ਹੈ। ਜਿਹੜੇ ਲੋਕ ਕਹਿੰਦੇ ਆ, ਪਤਾ ਨਹੀਂ ਆ ਕਿਸੇ ਨੇ ਕਮੈਂਟ ਕੀਤਾ ਆ ਕਿ ਇਹਦੇ ਵਿੱਚ ਸਿਆਲਕਾ ਤੇ ਸਿਮਰਨਜੀਤ ਕੌਰ ਦਾ ਹਾਦਸਾ। ਜੇ ਮੇਰੇ ਸਿਆਲਕਾ ਜੀ ਨਾਲ ਇੰਨੇ ਵਧੀਆ ਸੰਬੰਧ ਹੁੰਦੇ ਨਾ ਵੀਰ ਜੀ, ਮੈਂ ਜੇ ਉਹਨਾਂ ਨੂੰ ਜਾਣਦੀ ਹੁੰਦੀ ਤਾਂ ਮੈਂ SC ST ਐਕਟ ਆਪਦੇ ਤੇ ਲਵਾਉਣ ਨਾ ਦਿੰਦੀ। ਹੁਣ ਤਾਂ ਵਧੀਆ ਕੀਤਾ ਨਾ, ਇਹਨਾਂ ਨੂੰ ਫੜਿਆ ਹੀ SC ਕਮਿਸ਼ਨ ਨੇ ਆ। ਜੇ SC ਕਮਿਸ਼ਨ ਨੇ ਨਾ ਫੜਿਆ ਹੁੰਦਾ, ਇਹਨਾਂ ਨੇ ਸੱਚੀ ਮੁੱਚੀ ਇਲਜ਼ਾਮ ਇਦਾਂ ਹੀ ਲੋਕਾਂ ਤੇ ਲਾਉਣਾ ਸੀਗਾ ਤੇ ਇੱਥੇ ਦੰਗੇ ਸੱਚੀ ਮੁੱਚੀ ਕਰਾ ਦੇਣੇ ਸੀ ਇਹਨਾਂ ਨੇ। ਤੇ ਹੁਣ ਵੀ ਇਹ ਦੰਗੇ ਕਰਾਉਣ ਦੀ ਧਮਕੀ ਦੇ ਰਿਹਾ, ਮੈਨੂੰ ਵੀ ਧਮਕੀਆਂ ਆ ਰਹੀਆਂ, ਠਾਕੁਰ ਜੀ ਨੂੰ ਵੀ ਧਮਕੀਆਂ ਆ ਰਹੀਆਂ ਨੇ, ਹੋਰ ਪਤਾ ਨਹੀਂ ਕਿੰਨੇ ਜਿਹੜੇ ਪੱਤਰਕਾਰ ਮੇਰੀ ਇਸ ਚੀਜ਼ ਤੇ ਇੰਟਰਵਿਊ ਕਰਨਗੇ ਉਹਨਾਂ ਨੂੰ ਧਮਕੀਆਂ ਦੇਣਗੇ। ਫਿਰ ਇਹਨਾਂ ਨੇ ਕੱਲ ਇੱਕ ਕੈਂਪੇਨ ਵੀ ਚਲਾਈ ਕਿ ਸਿਮਰਨਜੀਤ ਕੌਰ ਦੇ ਪੇਜ ਦੀ ਜਿਹੜੀ ਹੈਗੀ ਆ ਰਿਪੋਰਟ ਕਰੋ ਤਾਂ ਕਿ ਇਹਦਾ ਪੇਜ ਬੰਦ ਹੋ ਜਾਏ, ਨਾ ਪੇਜ ਰਹੂਗਾ ਤੇ ਨਾ ਬੋਲਣ ਜੋਗੀ ਰਹੂਗੀ। ਉਸ ਚੀਜ਼ ਦੀ ਡਿਟੇਲ ਵੀ ਪਈ ਆ। ਜਿੰਨਾ ਗਲਤ ਕਰੋਗੇ ਨਾ, ਮੈਂ ਪਹਿਲਾਂ ਵੀ ਬੋਲਿਆ, ਜਿੰਨਾ ਦੱਬੋਗੇ ਸਪਰਿੰਗ ਵਾਂਗੂ ਓਨਾ ਭੱਜਦਾ ਹੁੰਦਾ ਆ, ਤੇ ਜਿੰਨਾ ਮੈਨੂੰ ਦੱਬਣ ਦੀ ਕੋਸ਼ਿਸ਼ ਕਰੋਗੇ ਓਨੀ ਮੇਰੀ ਆਵਾਜ਼ ਉੱਚੀ ਨਿਕਲੂਗੀ। ਠੀਕ ਹੈ ਜੀ। ਤੇ ਬਾਕੀ ਜਿਨ੍ਹਾਂ ਨੇ ਆਪਣੇ ਕੇਸਿਸ ਲਈ ਹੈਲਪ ਲਈ ਕਾਲ ਕਰਨੀ ਆ, ਉਹ 7696001212 ਗੁਰਜੀਤ ਦਾ ਨੰਬਰ ਆ ਜੀ। ਗੁਰਜੀਤ ਹੀ ਗੱਲ ਕਰਦਾ ਆ ਪਹਿਲਾਂ, ਫਿਰ ਉਹ ਮੈਨੂੰ ਜਾਂ ਹਾਕਮ ਭਾਜੀ ਕਿਸੇ ਨੂੰ ਵੀ ਜਿਹੜੇ ਵੀ ਕੰਸਰਨ ਹੁੰਦੇ ਆ ਲਾਇਰ ਜਾਂ ਉਹਨਾਂ ਨੂੰ ਕੇਸ ਹੈਂਡਓਵਰ ਕਰ ਦਿੰਦਾ ਆ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਗੁਰਪਿਆਰੇ, ਆਮ ਲੋਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਧਾਰਮਿਕ ਚੋਲਿਆਂ ਦੇ ਪਿੱਛੇ ਲੁਕੇ ਹੋਏ ਜੋ ਮਸੰਦ ਬੈਠੇ ਨੇ, ਜੋ ਡੇਰਿਆਂ ਦੀ ਆੜ ਲੈ ਕੇ ਆਪਣੇ ਗੰਦੇ ਕੁਕਰਮ ਕਰਦੇ ਨੇ, ਅਜਿਹੇ ਲੋਕਾਂ ਨੂੰ ਬੇਨਕਾਬ ਕਰਕੇ ਸਲਾਖਾਂ ਪਿੱਛੇ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਧਾਰਮਿਕ ਅਦਾਰੇ ਇੱਦਾਂ ਹੀ ਬਦਨਾਮ ਹੁੰਦੇ ਰਹਿਣਗੇ ਤੇ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਇੱਦਾਂ ਹੀ ਧਾਰ-ਧਾਰ ਹੁੰਦੀਆਂ ਰਹਿਣਗੀਆਂ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।